हाँ जी बेटा, ਆਪਾਂ ਕਰਦੇ ਪਏ ਚੈਪਟਰ ਨੰਬਰ 7। ਆਪਾਂ ਬੇਟਾ ਕਰ ਰਹੇ ਸੀਗੇ ਜੁਆਇੰਟ ਇੰਜਰੀ ਦੇ ਵਿੱਚ ਆਪਾਂ ਡਿਸਲੋਕੇਸ਼ਨ ਕਰ ਰਹੇ ਹਾਂ। ਡਿਸਲੋਕੇਸ਼ਨ ਦੇ ਹੁਣ ਬੇਟਾ ਆਪਾਂ ਸਿੰਪਟਮ ਕਰਨੇ ਆ। ਪੇਜ ਨੰਬਰ 247 ਇਹਦੇ ਬੇਟਾ 4 ਸਿੰਪਟਮ ਨੇ। ਪਹਿਲਾ ਸਿੰਪਟਮ ਹੈਗਾ ਜੀ ਸੈਵਰ ਪੇਨ ਓਵਰ ਦਾ ਜੁਆਇੰਟ। ਜਿਸ ਜਗ੍ਹਾ ਤੇ ਜਿਸ ਜੁਆਇੰਟ ਤੇ ਆਪਣੇ ਡਿਸਲੋਕੇਟ ਹੁੰਦਾ ਵਾ ਉੱਥੇ ਬਹੁਤ ਜ਼ਿਆਦਾ ਪੇਨ ਹੁੰਦੀ ਆ। ਸੈਕਿੰਡ, ਸਵੈਲਿੰਗ ਆਫ ਦਾ ਜੁਆਇੰਟ। ਜਿਸ ਜੁਆਇੰਟ 'ਤੇ ਆਪਣੇ ਇੰਜਰੀ ਹੋਈ ਆ ਉਸ ਜਗ੍ਹਾ 'ਤੇ ਬਹੁਤ ਸਾਰੀ ਸਵੈਲਿੰਗ ਹੋ ਜਾਂਦੀ ਆ। ਨੰਬਰ 3, ਇਨਐਬਿਲਿਟੀ ਟੂ ਮੂਵ ਦਾ ਜੁਆਇੰਟ। ਫਿਰ ਆਪਾਂ ਉਸ ਜੁਆਇੰਟ ਨੂੰ ਮੂਵ ਕਰਨਾ ਮੁਸ਼ਕਲ ਹੋ ਜਾਂਦਾ ਵਾ, ਬਹੁਤ ਜ਼ਿਆਦਾ ਪੇਨ ਹੁੰਦੀ ਆ ਅਗਰ ਆਪਾਂ ਨੂੰ ਮੂਵ ਵੀ ਕਰਾਂਗੇ ਤਾਂ। ਨੰਬਰ 4, ਚੇਂਜਿੰਗ ਦਾ ਸ਼ੇਪ ਆਫ ਜੁਆਇੰਟ। ਜਿਹੜੀ ਜੁਆਇੰਟ ਦੀ ਸ਼ੇਪ ਚੇਂਜ ਹੋ ਜਾਂਦੀ ਹੈ ਕਿਉਂਕਿ ਡਿਸਲੋਕੇਟ ਹੋ ਜਾਂਦਾ ਵਾ, ਆਪਣੀ ਜਗ੍ਹਾ ਤੋਂ ਪਾਸੇ ਹੋ ਜਾਂਦਾ ਵਾ, ਖਿਸਕ ਜਾਂਦਾ ਵਾ, ਇਸ ਕਰਕੇ ਸ਼ੇਪ ਚੇਂਜ ਹੋ ਜਾਂਦੀ ਹੈ। ਦੇਅਰ ਆਰ ਫੋਲੋਇੰਗ ਟਾਈਪ ਆਫ ਡਿਸਲੋਕੇਸ਼ਨਸ: ਸ਼ੋਲਡਰ ਡਿਸਲੋਕੇਸ਼ਨ, ਐਲਬੋ ਡਿਸਲੋਕੇਸ਼ਨ ਅਤੇ ਹਿਪ ਡਿਸਲੋਕੇਸ਼ਨ ਹੁੰਦੀ ਹੈ। ਪਹਿਲੀ ਹੈਗੀ ਜੀ ਸ਼ੋਲਡਰ ਡਿਸਲੋਕੇਸ਼ਨ। ਦਾ occurs when the ball of the upper arm bone pops out of the shoulder socket। ਇਹ ਉਦੋਂ ਹੁੰਦਾ ਹੈ ਜਦੋਂ ਅਪਰ ਆਰਮ ਬੋਨ ਸ਼ੋਲਡਰ ਸੌਕਟ ਤੋਂ ਬਾਹਰ ਨਿਕਲ ਜਾਂਦਾ ਹੈ। ਇਟ ਇਜ਼ ਯੂਜ਼ਲੀ ਕਾਜ਼ਡ ਬਾਈ ਫਾਲ ਔਨ ਦਾ ਅਪਰ ਆਰਮ ਔਰ ਡਿਊਰਿੰਗ ਕੰਟੈਕਟ ਸਪੋਰਟ ਸਚ ਐਜ਼ ਰਗਬੀ। ਇਹ ਆਮ ਤੌਰ 'ਤੇ ਅਪਰ ਆਰਮ 'ਤੇ ਡਿੱਗਣ ਜਾਂ ਕੰਟੈਕਟ ਦੇ ਦੌਰਾਨ ਹੁੰਦਾ ਹੈ, ਜੈਸੇ ਸਪੋਰਟਸ ਲਾਈਕ ਰਗਬੀ। Usually the dislocated ball pops out at the front of the shoulder joint where the supporting muscle are at their weakest। ਆਮ ਤੌਰ 'ਤੇ ਡਿਸਲੋਕੇਟ ਹੋਇਆ ਸ਼ੋਲਡਰ ਦੇ ਜੁਆਇੰਟ ਦੇ ਸਾਹਮਣੇ ਖਿਸਕ ਜਾਂਦਾ ਹੈ, ਜਿੱਥੇ ਸਪੋਰਟਿੰਗ ਮਸਲ ਉਹਨਾਂ ਦੇ ਸਭ ਤੋਂ ਵੀਕੈਸਟ ਹੁੰਦੀਆਂ ਹਨ। ਜਿੱਥੇ ਉਹਨਾਂ ਦੀਆਂ ਮਸਲ ਸਭ ਤੋਂ ਜ਼ਿਆਦਾ ਵੀਕ ਹੁੰਦੀਆਂ ਉਸ ਸਾਈਡ 'ਤੇ ਉਹ ਖਿਸਕ ਜਾਂਦਾ ਵਾ। ਸੈਕਿੰਡ ਬੇਟਾ ਆ ਗਿਆ ਜੀ ਐਲਬੋ ਡਿਸਲੋਕੇਸ਼ਨ। When the joint surface of an elbow are separated, the elbow is dislocated। ਜਦੋਂ ਐਲਬੋ ਦੀਆਂ ਜੁਆਇੰਟ ਸਰਫੇਸ ਨੂੰ ਸੈਪਰੇਟ ਕਰ ਦਿੱਤਾ ਜਾਂਦਾ ਹੈ ਤਾਂ ਐਲਬੋ ਡਿਸਲੋਕੇਟ ਹੋ ਜਾਂਦੀ ਹੈ। The elbow is the second most common dislocation in adult and the most common in children। ਐਲਬੋ ਅਡਲਟ ਵਿੱਚ ਦੂਜੀ ਸਭ ਤੋਂ ਆਮ ਡਿਸਲੋਕੇਸ਼ਨ ਹੈ ਅਤੇ ਬੱਚਿਆਂ ਵਿੱਚ ਇਹ ਸਭ ਤੋਂ ਕਾਮਨ ਹੈ। ਇਟ ਟੇਕਸ ਏ ਲੋਟ ਆਫ ਫੋਰਸ ਟੂ ਡਿਸਲੋਕੇਟ ਦਾ ਐਲਬੋ, ਸੱਚ ਫੋਰਸ ਦੈਟ ਦੇਅਰ ਇਜ਼ often an associated crack or break in one of the bones। ਫੋਰਸ ਨਾਲ ਬੋਨਸ ਵਿੱਚੋਂ ਕਿਸੇ ਵਿੱਚ ਅਕਸਰ ਇੱਕ ਕ੍ਰੈਕ ਔਰ ਬ੍ਰੇਕ ਹੁੰਦੀ ਹੈ। ਡਿਸਲੋਕੇਟਡ ਐਲਬੋ ਨੂੰ ਟ੍ਰੈਪਿੰਗ ਨਰਵਸ ਐਂਡ ਬਲੱਡ ਵੈਸਲਸ ਦੇ ਵਧੇਰੇ ਰਿਸਕ ਹੁੰਦੇ ਹਨ। ਜਿਵੇਂ ਡਿਸਲੋਕੇਟਡ ਐਲਬੋ ਆਰ ਏ ਹਾਈ ਰਿਸਕ ਆਫ ਟ੍ਰੈਪਿੰਗ ਨਰਵਸ ਐਂਡ ਬਲੱਡ ਵੈਸਲਸ ਐਂਡ ਨੀਡ ਏ ਅਰਜੈਂਟ ਅਟੈਂਸ਼ਨ। ਇਹਦੇ ਲਈ ਕੀ ਹੁੰਦਾ ਵਾ ਬੇਟਾ, ਉਹਨਾਂ ਨੂੰ ਅਰਜੈਂਟ ਅਟੈਂਸ਼ਨ ਦੀ ਜ਼ਰੂਰਤ ਹੁੰਦੀ ਆ। ਨੈਕਸਟ ਥਰਡ ਆ ਗਿਆ ਜੀ ਹਿਪ ਡਿਸਲੋਕੇਸ਼ਨ। A hip dislocation is when the ball of the thigh bone move out of place the socket of pelvic bone। ਹਿਪ ਡਿਸਲੋਕੇਸ਼ਨ ਉਸ ਵੇਲੇ ਹੁੰਦਾ ਹੈ ਜਦੋਂ ਥਾਈ ਬੋਨ ਦੀ ਬਾਲ ਆਪਣੀ ਜਗ੍ਹਾ ਤੋਂ ਮੂਵ ਹੋ ਜਾਂਦੀ ਹੈ ਅਤੇ ਪੈਲਵਿਕ ਬੋਨ ਸੌਕਟ ਹਿੱਲ ਜਾਂਦਾ ਹੈ। ਹਿਪ ਡਿਸਲੋਕੇਸ਼ਨ ਇਜ਼ ਵੈਰੀ ਪੇਨਫੁਲ ਐਂਡ ਕੈਨ ਰਿਜ਼ਲਟ ਇਨ ਸਿਗਨੀਫਿਕੈਂਟ ਬਲੱਡ ਲਾਸ ਇਨਟੂ ਦਾ ਜੁਆਇੰਟ ਐਂਡ ਟਿਸ਼ੂਜ਼। ਇਹ ਬਹੁਤ ਪੇਨਫੁਲ ਹੁੰਦਾ ਹੈ। ਇਸ ਦੇ ਰਿਜ਼ਲਟ ਵਜੋਂ ਜੁਆਇੰਟ ਐਂਡ ਟਿਸ਼ੂ ਵਿੱਚ ਬਲੱਡ ਲਾਸ ਹੋ ਸਕਦਾ ਹੈ। ਦਾ ਹਿਪ ਇਜ਼ ਸਟੇਬਲ ਜੁਆਇੰਟ ਸਿਟਡ ਇਨ ਏ ਫੇਅਰਲੀ ਡੀਪ ਸੌਕਟ ਐਂਡ ਵੈਲ ਪ੍ਰੋਟੈਕਟਡ ਬਾਈ ਲਾਰਜ ਮਸਲ ਐਂਡ ਸਟਰੋਂਗ ਲਿਗਾਮੈਂਟਸ। ਕਹਿੰਦੇ ਹਿਪ ਜੁਆਇੰਟ ਸਟੇਬਲ ਹੈ, ਡੀਪ ਸੌਕਟ ਵਿੱਚ ਬੈਠਿਆ ਹੋਇਆ ਹੈ ਅਤੇ ਲਾਰਜ ਮਸਲਸ ਐਂਡ ਸਟਰੋਂਗ ਲਿਗਾਮੈਂਟ ਦੁਆਰਾ ਪ੍ਰੋਟੈਕਟਡ ਹੈ। It takes a lot of force to pop it out and such severe force is likely to cause other associated injuries।
ਇਸ ਨੂੰ ਬਾਹਰ ਕੱਢਣ ਲਈ ਬਹੁਤ ਫੋਰਸ ਲੱਗਦੀ ਹੈ ਅਤੇ ਅਜਿਹੀਆਂ ਸੈਵਰ ਫੋਰਸਿਸ ਨਾਲ ਹੋਰ ਇੰਜਰੀਜ਼ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀ ਹੈ। ਨੈਕਸਟ ਆ ਗਿਆ ਬੇਟਾ ਜੀ ਮੈਨੇਜਮੈਂਟ ਆਫ ਡਿਸਲੋਕੇਸ਼ਨ। ਇਹਦੇ ਮਤਲਬ ਕਿ ਟ੍ਰੀਟਮੈਂਟ ਸਟੈਪਸ ਕੀ ਹੋ ਸਕਦੇ ਨੇ ਡਿਸਲੋਕੇਸ਼ਨ ਦੇ। ਪਹਿਲਾ ਹੈਗਾ ਜੀ ਇਮੋਬਲਾਈਜੇਸ਼ਨ। The joint should be immobilized with a sling and kept in a comfortable position for several weeks। ਜੁਆਇੰਟ ਨੂੰ ਇੱਕ ਸਲਿੰਗ ਨਾਲ ਇਮੋਬਲਾਈਜ਼ ਬਣਾਇਆ ਜਾਣਾ ਚਾਹੀਦਾ ਹੈ ਅਤੇ ਕਈ ਵੀਕ ਲਈ ਕੰਫਰਟੇਬਲ ਪੋਜੀਸ਼ਨ ਵਿੱਚ ਰੱਖਣਾ ਚਾਹੀਦਾ ਹੈ। ਉਹਦੇ ਨਾਲ ਕੀ ਹੁੰਦਾ ਬੇਟਾ, ਜਦੋਂ ਆਪਾਂ ਸਲਿੰਗ ਦੀ ਵਰਤੋਂ ਕਰਦੇ ਹਾਂ ਤਾਂ ਉਹ ਜਿਹੜਾ ਆਪਣਾ ਜੁਆਇੰਟ ਆ ਉਹ ਹਿਲਦਾ ਨਹੀਂ ਕਿਸੇ ਪਾਸੇ ਨੂੰ, ਇਸ ਕਰਕੇ ਆਪਣਾ ਡਿਸਲੋਕੇਸ਼ਨ ਜਲਦੀ ਠੀਕ ਹੋ ਜਾਂਦੀ ਹੈ। ਸੈਕਿੰਡ ਆ ਗਿਆ ਜੀ ਰਿਡਕਸ਼ਨ। The doctor tries to relocate the joint by doing some gentle movements around the affected joint to help the bones get back into position। ਡਾਕਟਰ ਬੋਨਸ ਨੂੰ ਰੀਲੋਕੇਟ ਕਰਨ ਵਿੱਚ ਹੈਲਪ ਲਈ ਅਫੈਕਟਡ ਜੁਆਇੰਟ ਦੇ ਦੁਆਲੇ ਕੁਝ ਜੈਂਟਲ ਮੂਵਮੈਂਟ ਕਰਕੇ ਜੁਆਇੰਟ ਨੂੰ ਮੁੜ ਤੋਂ ਪੋਜੀਸ਼ਨ ਵਿੱਚ ਬਦਲਣ ਦੀ ਟਰਾਈ ਕਰਦੇ ਹੈ। ਨੰਬਰ 3 ਆ ਗਿਆ ਜੀ ਸਰਜਰੀ। In cases of unsuccessful reduction, surgery can be used to move dislocated bone back into the correct position। ਕਹਿੰਦੇ ਜੀ ਅਨਸਕਸੈਸਫੁਲ ਰਿਡਕਸ਼ਨ ਦੇ ਕੇਸਿਸ ਵਿੱਚ ਸਰਜਰੀ ਦੀ ਵਰਤੋਂ ਡਿਸਲੋਕੇਟਡ ਹੋਈ ਬੋਨ ਨੂੰ ਵਾਪਸ ਕਰੈਕਟ ਪੋਜੀਸ਼ਨ ਵਿੱਚ ਲਿਜਾਣ ਲਈ ਕੀਤੀ ਜਾਂਦੀ ਹੈ। ਹੁਣ ਕਈ ਵਾਰੀ ਕੀ ਹੁੰਦਾ ਬੇਟਾ, ਡਿਸਲੋਕੇਸ਼ਨ ਇਹੋ ਜਿਹੀ ਹੋ ਜਾਂਦੀ ਹੈ ਜਿਹੜੀ ਆਪਾਂ ਉਂਝ ਨਹੀਂ ਉਹਨੂੰ ਸਹੀ ਕਰ ਸਕਦੇ, ਫਿਰ ਕੀ ਕਰਨਾ ਪੈਂਦਾ ਵਾ, ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ। ਨੰਬਰ 4 ਆ ਗਿਆ ਬੇਟਾ ਜੀ ਰੀਹੈਬਿਟੇਸ਼ਨ। ਦਿਸ ਪ੍ਰੋਸੈਸ ਇਜ਼ ਸਟਾਰਟਡ ਆਫਟਰ ਦਾ ਸਪਲਿੰਟ ਐਂਡ ਸਲਿੰਗ ਇਜ਼ ਰਿਮੂਵਡ। ਇਹ ਪ੍ਰੋਸੈਸ ਸਪਲਿੰਗ ਐਂਡ ਸਲਿੰਗ ਨੂੰ ਹਟਾਉਣ ਤੋਂ ਬਾਅਦ ਸ਼ੁਰੂ ਕੀਤਾ ਜਾਂਦਾ ਹੈ। ਦ ਪਰਪਸ ਆਫ ਰੀਹੈਬਿਟੇਸ਼ਨ ਇਜ਼ ਟੂ ਰੀਸਟੋਰ ਨਾਰਮਲ ਰੇਂਜ ਆਫ ਮੋਸ਼ਨ ਐਂਡ ਸਟਰੈਂਥ ਅਰਾਊਂਡ ਦਾ ਜੁਆਇੰਟ। ਇਸ ਦਾ ਪਰਪਸ ਰੀਹੈਬਿਟੇਸ਼ਨ ਦੇ ਦੁਆਲੇ ਮੋਸ਼ਨ ਐਂਡ ਸਟਰੈਂਥ ਦੀ ਨਾਰਮਲ ਰੇਂਜ ਨੂੰ ਰੀਸਟੋਰ ਕਰਨਾ ਹੁੰਦਾ ਹੈ। ਹੁਣ ਬੇਟਾ ਇਹਦੇ ਵਿੱਚ ਆਪਾਂ ਵੇਖ ਲਿਆ ਵਾ 3 ਤਰ੍ਹਾਂ ਦੀਆਂ ਡਿਸਲੋਕੇਸ਼ਨ ਹੁੰਦੀਆਂ ਨੇ, ਸ਼ੋਲਡਰ ਡਿਸਲੋਕੇਸ਼ਨ, ਐਲਬੋ ਡਿਸਲੋਕੇਸ਼ਨ ਅਤੇ ਹਿਪ ਡਿਸਲੋਕੇਸ਼ਨ। ਹਾਂਜੀ ਬੇਟਾ, ਹੁਣ ਆਪਾਂ ਕਰਨਾ ਕਾਜ਼ ਆਫ ਸਪੋਰਟਸ ਇੰਜਰੀਜ਼, ਚੈਪਟਰ ਨੰਬਰ 7 ਪੇਜ ਨੰਬਰ 248। ਇਹਦੇ ਵਿੱਚ ਪਹਿਲਾ ਆ ਗਿਆ ਜੀ ਪਰਸਨਲ ਕਾਜ਼ਜ਼। ਫਸਟ, improper warm up and cool down. It is very important to warm up and stretch before any athletic activity and cool down after a workout। ਕਿਸੇ ਵੀ ਐਥਲੈਟਿਕ ਐਕਟੀਵਿਟੀ ਤੋਂ ਪਹਿਲਾਂ ਵਾਰਮ ਅਪ ਐਂਡ ਸਟ੍ਰੈਚ ਐਕਸਰਸਾਈਜ਼ ਤੋਂ ਬਾਅਦ ਕੂਲ ਡਾਊਨ ਬਹੁਤ ਇੰਪੋਰਟੈਂਟ ਹੁੰਦਾ ਹੈ। ਮਸਲ ਕ੍ਰੈਂਪਸ ਐਂਡ ਪੁਲਸ are often the result of jumping into an activity without properly easing the muscle into it। ਮਸਲ ਕ੍ਰੈਂਪ ਐਂਡ ਪੁੱਲ ਅਕਸਰ ਹੁੰਦੇ ਹਨ। ਇਸ ਵਿੱਚ ਮਸਲ ਵਾਰਮ ਅਪ ਕਰਨ ਤੋਂ ਪਹਿਲਾਂ ਜੰਪਿੰਗ ਐਂਡ ਕੁਛ ਮਿੰਟ ਲਈ ਰਨਿੰਗ ਇੱਕ ਜਗ੍ਹਾ 'ਤੇ ਹੀ ਕਰਨੀ ਚਾਹੀਦੀ ਹੈ। ਬਰੀਥ ਸਲੋਲੀ ਐਂਡ ਡੀਪਲੀ। ਇਹਦੇ ਨਾਲ ਸਾਨੂੰ ਜਿਹੜੀ ਬ੍ਰੈਥ ਆ ਸਲੋਲੀ ਆਰਾਮ ਨਾਲ ਲੈਣੀ ਚਾਹੀਦੀ ਹੈ ਅਤੇ ਡੀਪ ਲੈਣੀ ਚਾਹੀਦੀ ਆ। ਓਰੀਐਂਟਲ ਰਿਹੇਸ ਦ ਮੋਸ਼ਨਸ ਆਫ ਦਾ ਐਕਸਰਸਾਈਜ਼ ਟੂ ਫੋਲੋ। ਹਲਕੀ ਫੁਲਕੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਵਾਰਮ ਅਪ ਕਰਨਾ ਸਾਡੇ ਹਾਰਟ ਐਂਡ ਬਲੱਡ ਫਲੋ ਰੇਟ ਨੂੰ ਵਧਾਉਂਦਾ ਹੈ। ਵਾਰਮ ਅਪ ਇਨਕਰੀਜ਼ ਆਵਰ ਹਾਰਟ ਐਂਡ ਬਲੱਡ ਫਲੋ ਰੇਟਸ ਐਂਡ ਲੂਜ਼ਨ ਅਪ ਅਦਰ ਮਸਲਸ ਟੈਂਡਨ ਲਿਗਾਮੈਂਟ ਐਂਡ ਜੁਆਇੰਟ। ਜਿਹੜੇ ਵਾਰਮ ਅਪ ਕਰਨ ਨਾਲ ਇਨਕਰੀਜ਼ ਹੁੰਦਾ ਵਾ ਹਾਰਟ ਰੇਟ ਅਤੇ ਬਲੱਡ ਫਲੋ, ਅਤੇ ਲੂਜ਼ ਕਰਦਾ ਵਾ ਅਦਰ ਮਸਲਸ ਨੂੰ, ਟੈਂਡਨ ਲਿਗਾਮੈਂਟ ਐਂਡ ਜੁਆਇੰਟਸ ਨੂੰ। ਇਟ ਡਿਲੀਵਰਸ ਬਲੱਡ ਐਂਡ ਆਕਸੀਜਨ ਟੂ ਦਾ ਵੇਰੀਅਸ ਮਸਲ। ਇਹ ਬਲੱਡ ਐਂਡ ਆਕਸੀਜਨ ਕਈ ਮਸਲਸ ਨੂੰ ਡਿਲੀਵਰ ਕਰਦਾ ਵਾ। ਫੋਲੋਇੰਗ ਦੈਮ ਟੂ ਵਰਕ ਮੋਰ ਐਫੀਸ਼ੈਂਟਲੀ। ਇਹ ਫਿਰ ਜਿਸ ਨਾਲ ਉਹ ਵਧੇਰੇ ਐਫੀਸ਼ੈਂਟਲੀ ਕੰਮ ਕਰ ਸਕਦੇ ਹਨ। Similarly, it's very important to cool down the body after workout to reduce heat and breathing rate।
gradually cool down temperature, return muscle to their optimal length, tensions, relationships. ਇਸ ਤਰ੍ਹਾਂ ਹਾਰਟ ਐਂਡ ਬਰੀਥਿੰਗ ਦੀਆਂ ਰੇਟ ਨੂੰ ਰਿਡਿਊਸ ਕਰਨ ਲਈ ਹੌਲੀ ਹੌਲੀ ਬਾਡੀ ਦੇ ਟੈਂਪਰੇਚਰ ਨੂੰ ਕੂਲ ਕਰਨਾ, ਮਸਲ ਨੂੰ ਵਾਪਸ ਐਕਸਰਸਾਈਜ਼ ਕਰਨ ਤੋਂ ਬਾਅਦ ਕੂਲ ਕਰਨਾ ਬਹੁਤ ਇੰਪੋਰਟੈਂਟ ਹੁੰਦਾ ਹੈ। ਸੈਕਿੰਡ ਪੁਆਇੰਟ ਆ ਗਿਆ ਬੇਟਾ ਜੀ, improper clothing and footwear. Clothing and footwear can cause sporting injury. ਇਹਨਾਂ ਦੋਵਾਂ ਚੀਜ਼ਾਂ ਨਾਲ ਇੰਜਰੀਜ਼ ਹੋ ਸਕਦੀਆਂ ਹੈ। ਕਿਉਂ? ਕਿਉਂਕਿ ਜੇ ਆਪਾਂ ਟਾਈਟ ਸ਼ੂਜ਼ ਪਾਵਾਂਗੇ ਜਾਂ ਹੀਲਸ ਵਗੈਰਾ ਪਾਵਾਂਗੇ ਤਾਂ ਉਹਦੇ ਨਾਲ ਇੰਜਰੀਜ਼ ਆ ਜਾਂਦੀ ਹੈ। ਟਾਈਟ ਕਲੋਥ ਪਾਏ ਹੋਣਗੇ ਤਾਂ ਵੀ ਇੰਜਰੀ ਆਪਾਂ ਨੂੰ ਆ ਸਕਦੀ ਹੈ। You must wear the correct clothing and footwear to have the minimize risk of injury. ਸਾਨੂੰ ਕਹਿੰਦੇ ਜੀ ਕਰੈਕਟ ਕਲੋਥ ਪਾਉਣੇ ਚਾਹੀਦੇ ਆ ਅਤੇ ਫੁੱਟਵੇਅਰ, ਕਿਉਂਕਿ ਆਪਾਂ ਇੰਜਰੀ ਦੇ ਰਿਸਕ ਨੂੰ ਮਿਨੀਮਾਈਜ਼ ਕਰ ਸਕੀਏ। ਵਨ ਸ਼ੁੱਡ ਵੇਅਰ ਦਾ ਕੰਫਰਟੇਬਲ ਲੂਜ਼ਿੰਗ ਫਿਟਿੰਗ ਕਲੋਥ ਦੈਟ ਹੈਲਪ ਟੂ ਮੂਵਿੰਗ ਫਰੀਲੀ ਐਂਡ ਦੇ ਸ਼ੁੱਡ ਬੀ ਲਾਈਟ ਇਨਫ ਟੂ ਰਿਲੀਜ਼ ਬੋਡੀ ਹੀਟ। ਕਹਿੰਦੇ ਜੀ ਕੰਫਰਟੇਬਲ ਲੂਜ਼ ਫਿਟਿੰਗ ਵਾਲੇ ਕਲੋਥ ਸਾਨੂੰ ਪਾਉਣ ਨਾਲ ਆਪਾਂ ਫਰੀਲੀ ਮੂਵ ਹੋ ਸਕਦੇ ਹਾਂ। ਸ਼ੁੱਡ ਬੀ ਲਾਈਟ ਇਨਫ ਟੂ ਰਿਲੀਜ਼ ਦਾ ਬੋਡੀ ਹੀਟ। ਇਹਦੇ ਨਾਲ ਕੀ ਹੁੰਦਾ ਵਾ, ਆਪਣੀ ਜਿਹੜੀ ਬਾਡੀ ਦੀ ਹੀਟ ਆ ਉਹ ਚੰਗੀ ਤਰ੍ਹਾਂ ਰਿਲੀਜ਼ ਹੋ ਸਕਦੀ ਆ। ਫੋਰ ਐਗਜ਼ਾਮਪਲ ਆਫ ਵੇਅਰਿੰਗ ਇਨਕਰੈਕਟ ਫੁੱਟਵੇਅਰ ਸ਼ੁੱਡ ਬੀ ਵੈਨ ਏ ਪਰਸਨ ਵੇਅਰ ਹਾਈ ਹੀਲ ਟੂ ਗੋ ਇਨ ਟੂ ਦਾ ਜਿਮ ਟੂ ਡੈਡ ਲਿਫਟ। ਕਹਿੰਦੇ ਜਦੋਂ ਇਹ ਇਨਕਰੈਕਟ ਫੁੱਟਵੇਅਰ ਦੀ ਇੱਕ ਐਗਜ਼ਾਮਪਲ ਆ, ਕੋਈ ਵੀ ਲੇਡੀ ਜਾਂ ਵੂਮਨ ਜਾਂ ਕੋਈ ਵੀ ਇਨਸਾਨ ਜੇ ਹਾਈ ਹੀਲ ਪਾ ਕੇ ਜਾਂਦੀ ਆ ਤਾਂ ਜਿਮ ਦੇ ਵਿੱਚ ਡੈਡ ਲਿਫਟ ਲਾਉਂਦੀ ਆ। ਵਾਈਲ ਡੂਇੰਗ ਦਾ ਡੈਡ ਲਿਫਟ ਦੇ ਹੈਵ ਵੈਰੀ ਲਿਟਲ ਬੈਲੈਂਸ ਡਿਊ ਦਾ ਹੀਲ ਐਂਡ ਆਰ ਵੈਰੀ ਲਾਈਕਲੀ ਟੂ ਲੂਜ਼ ਬੈਲੈਂਸ ਐਟ ਐਨੀ ਪੁਆਇੰਟ। ਇਹਦੇ ਨਾਲ ਕੀ ਹੁੰਦਾ ਵਾ, ਡੈਡ ਲਿਫਟ ਲਾਉਣ ਦੇ ਨਾਲ ਫਿਰ ਸਾਡਾ ਜਿਹੜਾ ਬੈਲੈਂਸ ਆ ਉਹ ਵਿਗੜ ਸਕਦਾ ਵਾ ਹੀਲਸ ਦੇ ਕਾਰਨ। ਇਸ ਕਰਕੇ ਕਿਸੇ ਵੀ ਪੁਆਇੰਟ ਦੇ ਉੱਤੇ ਸਾਡਾ ਬੈਲੈਂਸ ਵਿਗੜ ਸਕਦਾ ਵਾ। ਮੇ ਬੀ ਬ੍ਰੇਕ ਦਾ ਹੀਲ ਐਂਡ ਹੈਵ ਏ ਸੈਵਰ ਇੰਜਰੀ, ਮੇ ਬੀ ਡਿਸਲੋਕੇਟ ਔਰ ਬ੍ਰੇਕਿੰਗ ਏ ਬੋਨ। ਇਹਦੇ ਨਾਲ ਕੀ ਹੋ ਸਕਦਾ ਵਾ, ਸਾਡੀ ਹੀਲ ਬ੍ਰੇਕ ਹੋ ਸਕਦੀ ਆ ਜਾਂ ਕੋਈ ਸੀਰੀਅਸ ਇੰਜਰੀ ਹੋ ਸਕਦੀ ਆ ਜਾਂ ਡਿਸਲੋਕੇਸ਼ਨ ਜਾਂ ਬ੍ਰੇਕਿੰਗ ਬੋਨ ਹੋ ਸਕਦੀ ਆ, ਜਸਟ ਬਿਕੋਜ਼ ਦੇ ਵਰ ਨਾਟ ਵੇਅਰਿੰਗ ਦਾ ਕਰੈਕਟ ਫੁੱਟਵੇਅਰ। ਇਸ ਕਰਕੇ ਸਾਨੂੰ ਸਹੀ ਕਲੋਥ ਐਂਡ ਕਰੈਕਟ ਫੁੱਟਵੇਅਰ ਪਹਿਨਣੇ ਚਾਹੀਦੇ ਹਨ।